ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਵਿਧਾਤਾ ਉੱਤੇ ਅਟੁੱਟ ਸ਼ਰਧਾ। ਇਸ ਸਾਖੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹਰ ਸਿੱਖ ਆਪਣੀ ਸ਼ਰਧਾ ਸੁਮਨ ਅਰਪਿਤ ਕਰਨ ਲਈ ਮੌਜੂਦ ਹੋਣਾ ਚਾਹੁੰਦਾ ਸੀ। ਇੱਕ ਸਿੱਖ ਜਗਾਦਰੀ ਨਗਰ ਦੇ ਨਜ਼ਦੀਕ ਇੱਕ ਪਿੰਡ ਵਿੱਚ ਰਹਿੰਦਾ ਸੀ। ਉਹ ਕੁਸ਼ਲ ਕਾਰੀਗਰ ਤਰਖਾਣ ਸੀ। ਉਸ ਦੀ ਕਮਾਈ ਨਿਮਨ ਪੱਧਰ ਦੀ ਸੀ। ਤਦ ਵੀ ਉਸ ਵਿੱਚੋਂ ਉਹ ਕੁਝ ਅੰਸ਼ ਬਚਤ ਕਰਕੇ ਸੁਰੱਖਿਅਤ ਰੱਖਦਾ ਅਤੇ ਲਗਭਗ 1 ਮਹੀਨੇ ਵਿੱਚ ਇੱਕ ਵਾਰ ਜ਼ਰੂਰ ਹੀ ਗੁਰੂ ਜੀ ਦੇ ਦਰਸ਼ਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਜੀ ਪੈਦਲ ਯਾਤਰਾ ਕਰਦੇ ਹੋਏ ਪਹੁੰਚ ਜਾਂਦਾ। ਉਸ ਦਾ ਇਹ ਨਿਯਮ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ, ਪਰ ਉਹ ਹੋਰ ਸਿੱਖਾਂ ਦੀ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਜੀ ਕਦੇ ਵੀ ਰੁਕਦਾ ਨਹੀਂ ਸੀ। ਉਸ ਨੂੰ ਡਰ ਬਣਿਆ ਰਹਿੰਦਾ ਸੀ ਕਿ ਜੇਕਰ ਉਹ ਸਮਾਂ ਅਨੁਸਾਰ ਘਰ ਨਾ ਵਾਪਸ ਪਰਤਿਆ ਤਾਂ ਉਸ ਦਾ ਪਰਿਵਾਰ ਪੈਸੇ ਦੀ ਅਣਹੋਂਦ ਵਿੱਚ ਭੁੱਖਾ ਪਿਆਸਾ ਮਰ ਜਾਵੇਗਾ, ਕਿਉਂਕਿ ਉਸ ਨੇ ਘਰ ਉੱਤੇ 1 ਦਿਨ ਦਾ ਹੀ ਖਰਚਾ ਦਿੱਤਾ ਹੋਇਆ ਹੈ। ਇੱਕ ਵਾਰ ਗੁਰੂ ਜੀ ਨੇ ਉਸ ਨੂੰ ਕੋਲ ਸੱਦ ਕੇ ਕਿਹਾ, ਸਿੰਘ ਜੀ, ਤੁਸੀਂ ਇਸ ਵਾਰ ਸਾਡੇ ਕੋਲ ਕੁਝ ਦਿਨ ਰਹੋ, ਅਜਿਹੀ ਸਾਡੀ ਇੱਛਾ ਹੈ। ਜਵਾਬ ਵਿੱਚ ਸਿੰਘ ਨੇ ਆਪਣੀ ਗੁਰੂ ਜੀ ਦੇ ਸਾਹਮਣੇ ਲਾਚਾਰੀ ਦੱਸੀ ਕਿ ਉਹ ਕੇਵਲ 1 ਦਿਨ ਦਾ ਹੀ ਖਰਚ ਕਰ ਦੇ ਕੇ ਆਇਆ ਹੈ। ਜੇਕਰ ਉਹ ਸਮੇਂ 'ਤੇ ਨਹੀਂ ਪਹੁੰਚਿਆ ਤਾਂ ਪਰਿਵਾਰ ਨੂੰ ਬਹੁਤ ਕਸ਼ਟ ਚੁੱਕਣਾ ਪੈ ਸਕਦਾ ਹੈ। ਗੁਰੂ ਜੀ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ, ਤੁਸੀਂ ਚਿੰਤਾ ਨਾ ਕਰੋ, ਵਿਧਾਤਾ ਕਿਸੇ ਪ੍ਰਾਣੀ ਨੂੰ ਵੀ ਭੁੱਖਾ ਨਹੀਂ ਮਾਰਦਾ, ਉਹ ਸਾਰਿਆਂ ਦੇ ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਸਾਨੂੰ ਉਸ ਉੱਤੇ ਪੂਰੀ ਸ਼ਰਧਾ ਹੋਣੀ ਚਾਹੀਦੀ ਹੈ। ਪਰ ਉਹ ਸਿੱਖ ਆਪਣੇ ਦਿਲ ਵਿੱਚ ਵਿਸ਼ਵਾਸ ਪੈਦਾ ਨਹੀਂ ਕਰ ਪਾਇਆ। ਗੁਰੂ ਜੀ ਉਸ ਦੇ ਦਿਲ ਵਿੱਚ ਵਸੇ ਭੁਲੇਖੇ ਨੂੰ ਕੱਢਣਾ ਚਾਹੁੰਦੇ ਸਨ ਕਿ ਉਸ ਦੇ ਪਰਿਵਾਰ ਦਾ ਪਾਲਣ ਪੋਸ਼ਣ ਕੋਈ ਮਹਾਸ਼ਕਤੀ ਕਰ ਰਹੀ ਹੈ, ਜੋ ਸਾਰਿਆਂ ਨੂੰ ਰੋਜੀ ਰੋਟੀ ਦੇ ਰਹੀ ਹੈ। ਕੇਵਲ ਅਸੀਂ ਤਾਂ ਇੱਕ ਸਾਧਨ ਮਾਤਰ ਹਾਂ। ਗੁਰੂ ਜੀ ਦੇ ਦਬਾਅ ਪਾਉਣ ਉੱਤੇ ਉਹ ਸਿੱਖ ਰੁਕਣ ਨੂੰ ਤਿਆਰ ਨਹੀਂ ਹੋਇਆ। ਕੇਵਲ ਇੱਕ ਹੀ ਗੱਲ ਕਹਿੰਦਾ ਰਿਹਾ ਕਿ ਮੈਨੂੰ ਕੋਈ ਸੇਵਾ ਦੱਸੋ, ਮੈਂ ਕਰਾਂਗਾ, ਪਰ ਰੁਕਣਾ ਮੇਰੇ ਲਈ ਅਸੰਭਵ ਹੈ। ਇਸ ਉੱਤੇ ਗੁਰੂ ਜੀ ਨੇ ਯੁਕਤੀ ਵੱਲੋਂ ਕੰਮ ਕਰਨ ਦੇ ਵਿਚਾਰ ਵੱਲੋਂ ਉਸ ਨੂੰ ਕਿਹਾ, ਠੀਕ ਹੈ, ਜੇਕਰ ਤੁਸੀਂ ਨਹੀਂ ਰੁਕਣਾ ਚਾਹੁੰਦੇ ਤਾਂ ਸਾਡਾ ਇੱਕ ਪੱਤਰ ਪੀਰ ਬੁੱਧੂ ਸ਼ਾਹ ਦੇ ਸੰਢੌਰੇ ਨਗਰ ਵਿੱਚ ਦੇਣ ਦਾ ਕਸ਼ਟ ਕਰੋ। ਇਹ ਨਗਰ ਤੁਹਾਡੇ ਨਜ਼ਦੀਕ ਹੀ ਪੈਂਦਾ ਹੈ। ਸਿੱਖ ਨੇ ਗੁਰੂ ਜੀ ਵੱਲੋਂ ਬੰਦ ਪੱਤਰ ਲਿਆ ਅਤੇ ਸੰਢੌਰੇ ਨਗਰ ਦੇ ਵੱਲ ਨੂੰ ਚੱਲ ਦਿੱਤਾ। ਰਸਤੇ ਵਿੱਚ ਉਹ ਵਿਚਾਰਨ ਲੱਗਾ, ਮੈਨੂੰ ਕੁਝ ਕੋ ਜ਼ਿਆਦਾ ਚੱਲਣਾ ਪਵੇਗਾ, ਕਿਉਂਕਿ ਇਹ ਨਗਰ ਜਗਾਦਰੀ ਵੱਲੋਂ ਕੁਝ ਹਟ ਕੇ ਪਹਾੜ ਸੰਬੰਧੀ ਖੇਤਰ ਦੀ ਤਹਿਰਾਈ ਵਿੱਚ ਹੈ। ਪਰ ਕੋਈ ਗੱਲ ਨਹੀਂ, ਗੁਰੂ ਜੀ ਦਾ ਸੰਦੇਸ਼ ਉਚਿਤ ਸਥਾਨ ਉੱਤੇ ਪਹੁੰਚ ਜਾਵੇਗਾ। ਉਹ ਅਗਲੇ ਦਿਨ ਸੰਢੌਰਾ ਪੀਰ ਜੀ ਦੇ ਕੋਲ ਪਹੁੰਚ ਗਿਆ ਅਤੇ ਗੁਰੂ ਜੀ ਦਾ ਪੱਤਰ ਉਹਨਾਂ ਨੂੰ ਦਿੱਤਾ। ਪੀਰ ਬੁੱਧੂ ਸ਼ਾਹ ਜੀ ਨੇ ਸਿੰਘ ਜੀ ਵੱਲੋਂ ਕੁਸ਼ਲ ਕਸ਼ੇਮ ਪੁੱਛੀ ਅਤੇ ਉਹਨਾਂ ਦਾ ਮਹਿਮਾਨ ਆਦਰ ਕਰਨ ਲਈ ਨਾਸ਼ਤਾ ਲਿਆਉਣ ਦਾ ਆਦੇਸ਼ ਦਿੱਤਾ। ਪਰ ਸਿੰਘ ਜੀ ਨੇ ਆਗਿਆ ਮੰਗੀ ਅਤੇ ਕਿਹਾ, ਮੈਨੂੰ ਦੇਰ ਹੋ ਰਹੀ ਹੈ, ਮੈਂ ਨਹੀਂ ਰੁਕ ਸਕਦਾ, ਕਿਉਂਕਿ ਮੈਂ ਆਪਣੀ ਰੋਜੀ ਰੋਟੀ ਲਈ ਘਰ ਜਾ ਕੇ ਮਜ਼ਦੂਰੀ ਕਰਨੀ ਹੈ। ਪੀਰ ਜੀ ਨੇ ਕਿਹਾ, ਉਹ ਤਾਂ ਠੀਕ ਹੈ, ਇੰਨੀ ਦੂਰੋਂ ਤੁਸੀਂ ਮੇਰੇ ਲਈ ਸੁਨੇਹਾ ਲਿਆਏ ਹੋ ਤਾਂ ਮੈਂ ਤੁਹਾਨੂੰ ਬਿਨਾਂ ਸੇਵਾ ਕੀਤੇ ਨਹੀਂ ਜਾਣ ਦੇਵਾਂਗਾ। ਲਾਚਾਰੀ ਦੇ ਕਾਰਨ ਸਿੰਘ ਜੀ ਨਾਸ਼ਤਾ ਕਰਨ ਲੱਗੇ। ਤਦ ਤੱਕ ਪੀਰ ਜੀ ਨੇ ਪੱਤਰ ਖੋਲ੍ਹ ਕੇ ਪੜ੍ਹ ਲਿਆ। ਉਸ ਵਿੱਚ ਗੁਰੂ ਜੀ ਦੇ ਵੱਲੋਂ ਪੀਰ ਜੀ ਨੂੰ ਆਦੇਸ਼ ਸੀ ਕਿ ਇਸ ਸਿੱਖ ਨੂੰ 6 ਮਹੀਨੇ ਤੱਕ ਆਪਣੇ ਕੋਲ ਮਹਿਮਾਨ ਦੇ ਰੂਪ ਵਿੱਚ ਰੱਖਣਾ ਹੈ। ਇਹਨਾਂ ਨੂੰ ਘਰ ਜਾਣ ਨਹੀਂ ਦੇਣਾ। ਇਹ ਪ੍ਰਸੰਨਤਾ ਪੂਰਵਕ ਰਹਿਣ ਤਾਂ ਠੀਕ ਹੈ, ਨਹੀਂ ਤਾਂ ਬਲਪੂਰਵਕ ਰੱਖਣਾ ਹੈ। ਇਹਨਾਂ ਦੀ ਸੇਵਾ ਵਿੱਚ ਕੋਈ ਕੋਰ ਕਸਰ ਨਹੀਂ ਰੱਖਣਾ। ਨਾਸ਼ਤਾ ਕਰਨ ਦੇ ਉਪਰੰਤ ਸਿੰਘ ਜੀ ਨੇ ਆਗਿਆ ਮੰਗੀ ਤਾਂ ਉਹਨਾਂ ਨੂੰ ਗੁਰੂ ਜੀ ਦਾ ਆਦੇਸ਼ ਸੁਣਾ ਦਿੱਤਾ ਗਿਆ ਅਤੇ ਕਿਹਾ ਕਿ ਹੁਣ ਤੁਹਾਡੀ ਇੱਛਾ ਹੈ ਸਾਡੇ ਕੋਲ ਬਲਪੂਰਵਕ ਰਹੇ ਜਾਂ ਆਪਣੀ ਇੱਛਾ ਵੱਲੋਂ।
ਗੁਰੂ ਜੀ ਦਾ ਆਦੇਸ਼ ਸੁਣ ਕੇ ਸਿੰਘ ਜੀ ਸਥਿਰ ਰਹਿ ਗਏ, ਪਰ ਹੁਣ ਕੋਈ ਚਾਰਾ ਨਹੀਂ ਸੀ। ਅਖੀਰ ਮਨ ਮਾਰ ਕੇ ਰਹਿਣ ਲੱਗੇ। ਹੌਲੀ ਹੌਲੀ ਦਿਨ ਕੱਟਣ ਲੱਗੇ। ਜਦੋਂ 6 ਮਹੀਨੇ ਸੰਪੂਰਨ ਹੋਏ ਤਾਂ ਉਹਨਾਂ ਨੂੰ ਪੀਰ ਜੀ ਨੇ ਘਰ ਜਾਣ ਦੀ ਆਗਿਆ ਦੇ ਦਿੱਤੀ। ਜਦੋਂ ਸਿੰਘ ਜੀ ਪਿੰਡ ਪੁੱਜੇ ਤਾਂ ਉੱਥੇ ਉਹਨਾਂ ਦੀ ਝੋਪੜੀ ਨਹੀਂ ਸੀ, ਉੱਥੇ ਇੱਕ ਸੁੰਦਰ ਮਕਾਨ ਬਣਿਆ ਹੋਇਆ ਸੀ। ਉਹ ਦੂਰੋਂ ਵਿਚਾਰਨ ਲੱਗੇ, ਮੇਰੀ ਇਸਤਰੀ ਅਤੇ ਬੱਚੇ ਭੁੱਖੇ ਮਰ ਗਏ ਹੋਣਗੇ ਜਾਂ ਕਿਤੇ ਦੂਰ ਭੱਜ ਗਏ ਹੋਣਗੇ ਅਤੇ ਮੇਰੀ ਝੋਪੜੀ ਡਿਗਾ ਕੇ ਕਿਸੇ ਧਨੀ ਮਨੁੱਖ ਨੇ ਆਪਣਾ ਸੁੰਦਰ ਮਕਾਨ ਬਣਾ ਲਿਆ ਹੋਵੇਗਾ। ਸਿੰਘ ਜੀ ਜਿਵੇਂ ਹੀ ਮਕਾਨ ਦੇ ਨਜ਼ਦੀਕ ਪੁੱਜੇ, ਅੰਦਰ ਵੱਲੋਂ ਸੁੰਦਰ ਬਸਤਰਾਂ ਵਿੱਚ ਉਹਨਾਂ ਦੇ ਬੱਚੇ ਖੇਡਦੇ ਹੋਏ ਬਾਹਰ ਆਏ ਅਤੇ ਸਿੰਘ ਜੀ ਨੂੰ ਵੇਖ ਕੇ ਜ਼ੋਰ-ਜ਼ੋਰ ਨਾਲ ਚੀਖਣ ਲੱਗੇ, ਮਾਂ, ਪਿਤਾ ਜੀ ਆ ਗਏ, ਪਿਤਾ ਜੀ ਆ ਗਏ। ਐਨੇ ਵਿੱਚ ਉਹਨਾਂ ਦੀ ਪਤਨੀ ਉਹਨਾਂ ਨੂੰ ਵਿਖਾਈ ਦਿੱਤੀ, ਜੋ ਸਵੱਛ ਸੁੰਦਰ ਬਸਤਰਾਂ ਵਿੱਚ ਸਜੀ ਹੋਈ ਸੀ। ਉਹ ਆਉਂਦੇ ਹੀ ਪਤੀ ਦਾ ਹਾਰਦਿਕ ਸਵਾਗਤ ਕਰਨ ਲੱਗੀ ਅਤੇ ਉਸਨੇ ਕੁਸ਼ਲ ਮੰਗਲ ਪੁੱਛਿਆ। ਸਿੰਘ ਜੀ ਘਰ ਦੀ ਕਾਇਆ ਕਲਪ ਵੇਖ ਕੇ ਹੈਰਾਨੀਜਨਕ ਸਨ। ਉਹਨਾਂ ਦੀ ਪ੍ਰਸ਼ਨਵਾਚਕ ਦ੍ਰਿਸ਼ਟੀ ਵੇਖ ਕੇ ਪਤਨੀ ਨੇ ਦੱਸਿਆ ਕਿ ਤੁਸੀਂ ਜਦੋਂ 2-3 ਦਿਨ ਦੀ ਉਡੀਕ ਕਰਨ ਦੇ ਬਾਅਦ ਨਹੀਂ ਪਰਤੇ ਤਾਂ ਅਸੀਂ ਸੋਚਿਆ ਤੁਸੀਂ ਗੁਰੂ ਜੀ ਦੀ ਸੇਵਾ ਵਿੱਚ ਵਿਅਸਤ ਹੋ ਗਏ ਹੋਵੋਗੇ, ਤਾਂ ਅਸੀਂ ਪਿੰਡ ਦੇ ਵਿੱਚ ਖੇਤੀਹਰ ਮਜ਼ਦੂਰੀ ਦੀ ਤਲਾਸ਼ ਵਿੱਚ ਨਿਕਲ ਪਏ। ਉਸ ਸਮੇਂ ਪਿੰਡ ਦੇ ਮੁਖੀ ਦਾ ਨਵਾਂ ਮਕਾਨ ਬਣ ਰਿਹਾ ਸੀ। ਉਹਨਾਂ ਨੂੰ ਮਜ਼ਦੂਰਾਂ ਦੀ ਲੋੜ ਸੀ, ਇਸ ਲਈ ਸਾਨੂੰ ਉੱਥੇ ਮਜ਼ਦੂਰੀ ਮਿਲ ਗਈ। ਜਦੋਂ ਕੁਝ ਦਿਨ ਕੰਮ ਕਰਦੇ ਹੋਏ ਬਤੀਤ ਹੋਏ ਤਾਂ ਇੱਕ ਦਿਨ ਇੱਕ ਸਥਾਨ ਦੀ ਖੁਦਾਈ ਕਰਦੇ ਸਮੇਂ ਇੱਕ ਗਾਗਰ ਸਾਨੂੰ ਦੱਬੀ ਹੋਈ ਮਿਲੀ, ਜਿਸ ਵਿੱਚ ਸੋਨੇ ਦੀਆਂ ਮੁਦਰਾਵਾਂ ਸਨ। ਜਦੋਂ ਅਸੀਂ ਇਹ ਗੱਲ ਮੁਖੀਆ ਜੀ ਨੂੰ ਦੱਸੀ ਤਾਂ ਉਹ ਕਹਿਣ ਲੱਗੇ, ਅਸੀਂ ਇਸ ਭੂਮੀ ਉੱਤੇ ਕਈ ਸਾਲਾਂ ਤੋਂ ਹਲ ਚਲਾ ਰਹੇ ਹਾਂ, ਸਾਨੂੰ ਤਾਂ ਕਦੀ ਕੁਝ ਵੀ ਨਹੀਂ ਮਿਲਿਆ। ਇਹ ਗੜਾ ਹੋਇਆ ਪੈਸਾ ਤੁਹਾਡੀ ਕਿਸਮਤ ਦਾ ਹੈ, ਤੁਸੀਂ ਇਸ ਨੂੰ ਲੈ ਜਾਓ। ਇਸ ਪ੍ਰਕਾਰ ਅਸੀਂ ਉਸ ਪੈਸੇ ਵੱਲੋਂ ਪੁਰਾਣੀ ਝੋਪੜੀ ਦੇ ਸਥਾਨ ਉੱਤੇ ਨਵਾਂ ਸੁੰਦਰ ਮਕਾਨ ਬਣਵਾ ਲਿਆ ਹੈ ਅਤੇ ਬੱਚਿਆਂ ਨੂੰ ਜੀਵਨ ਗੁਜ਼ਾਰੇ ਦੀ ਹਰ ਸੁੱਖ ਸੁਵਿਧਾ ਉਪਲਬਧ ਹੋ ਗਈ ਹੈ। ਹੁਣ ਸਿੰਘ ਜੀ ਨੂੰ ਗੁਰੂ ਜੀ ਦੀ ਯਾਦ ਆਈ ਅਤੇ ਉਹ ਉਹਨਾਂ ਦਾ ਧੰਨਵਾਦ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਜੀ ਅੱਪੜਿਆ। ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਵੇਖਦੇ ਹੀ ਪੁੱਛਿਆ, ਕੀ ਗੱਲ ਹੈ ਸਿੰਘ ਜੀ, ਕਈ ਮਹੀਨਿਆਂ ਬਾਅਦ ਵਿਖਾਈ ਦੇ ਰਹੇ ਹੋ? ਉਹ ਸਿੱਖ ਗੁਰੂ ਚਰਨਾਂ ਵਿੱਚ ਲੇਟ ਗਿਆ ਅਤੇ ਕਹਿਣ ਲੱਗਿਆ, ਗੁਰੂ ਜੀ, ਮੈਂ ਬਹੁਤ ਭੁੱਲ ਵਿੱਚ ਸੀ। ਤੁਸੀਂ ਮੇਰੀਆਂ ਅੱਖਾਂ ਅੱਗੇ ਝੂਠ ਤੇ ਹੰਕਾਰ ਦੀ ਮਾਇਆ ਦਾ ਜਾਲ ਹਟਾ ਦਿੱਤਾ ਹੈ ਕਿ ਮੈਂ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹਾਂ। ਵਾਸਤਵ ਵਿੱਚ ਤਾਂ ਇਹ ਕਾਰਜ ਵਿਧਾਤਾ ਆਪ ਹੀ ਕਰਦਾ ਹੈ, ਅਸੀਂ ਤਾਂ ਕੇਵਲ ਨਿਮਿਤ ਮਾਤਰ ਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ।